ਤੇ ਇਹ ਜਵਾਬ ਮੰਗਦਾ ਕੁਝ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਹੁਣ ਜਵਾਬ ਇਹ ਬਣਦਾ ਕਿ ਪੰਜਾਬ ਜਿਹੜਾ ਘੱਟੋ ਘੱਟ ਮੈਨੂੰ ਲੱਗਦਾ ਵੀ ਸਰਬ ਪੱਖੀ ਨਿਗਾਰ ਵੱਲ ਜਾ ਰਿਹਾ, ਆਰਥਿਕ, ਸਮਾਜਿਕ, ਸੱਭਿਆਚਾਰਕ, ਬੌਧਿਕ, ਅਕਾਦਮਿਕ, ਨੈਤਿਕ, ਵਾਤਾਵਰਨ ਕਿਸੇ ਪੱਖੋਂ ਵੀ ਦੇਖੀਏ ਤਾਂ ਜਿਹੜਾ ਰੁਝਾਨ ਨਿਗਾਰ ਵੱਲ ਨਜ਼ਰ ਆਉਂਦਾ। ਆਰਥਿਕ ਨਿਗਾਰ ਹੁਣੇ ਜਿਹੜੇ ਅੰਕੜੇ ਰਿਲੀਜ਼ ਹੋਏ ਨੇ ਪਰ ਕੈਪੀਟਾ ਇਨਕਮ ਦੀ ਪ੍ਰਤੀ ਆਮਦਨ, ਪਹਿਲੀ ਵਾਰ ਹੋਇਆ ਹਜ਼ਾਰਾਂ ਸਾਲਾਂ ਤੋਂ ਪੰਜਾਬ ਜਿਹੜਾ ਹੈਗਾ ਭਾਰਤ ਦਾ ਸਭ ਤੋਂ ਖੁਸ਼ਹਾਲ ਜਿਹੜਾ ਹਿੱਸਾ ਰਿਹਾ। ਤੇ ਐਤਕੀ ਪਹਿਲੀ ਵਾਰੀ ਹੋਇਆ ਕਿ ਜਿਹੜੀ ਜੀ ਪ੍ਰਤੀ ਆਮਦਨ ਦੇ ਬਾਕੀ ਭਾਰਤ ਔਸਤ ਨਾਲੋਂ ਪੰਜਾਬ ਪਿੱਛੇ ਗਿਆ। ਜੇ ਅਸੀਂ ਸਮਾਜਿਕ ਦੇਖਦੇ ਹਾਂ, ਸਮਾਜਿਕ ਪੱਧਰ, ਹੁਣ ਅਸੀਂ ਆਪਣੇ ਰਿਸ਼ਤੇ ਦੇਖ ਸਕਦੇ ਤਾਂ ਲੱਗਦਾ ਹੈ ਜਿੱਦਾਂ ਸਾਡੇ ਰਿਸ਼ਤਿਆਂ ਦਾ ਤਾਣਾ ਬਾਣਾ ਲੀਰੋ ਲੀਰ ਹੋ ਰਿਹਾ। ਜੇ ਕਿਸੇ ਨੂੰ ਵੀ ਅਸੀਂ ਪਰਿਵਾਰਕ ਰਿਸ਼ਤਿਆਂ ਦੀ ਗੱਲ ਕਰੀਏ, ਆਮ ਤੌਰ 'ਤੇ ਲੋਕਾਂ ਨਾਲ ਸਧਾਰਨ ਬੰਦੇ ਨਾਲ ਗੱਲ ਕਰਦੇ ਹਾਂ ਉਹਦੇ ਵੀ ਕੀ ਰਿਸ਼ਤਿਆਂ ਦੀ ਕੀ ਸਥਿਤੀ ਹੈ, ਉਹ ਕਹਿੰਦੇ ਹੁਣ ਰਿਸ਼ਤੇ ਕਾਹਦੇ, ਰਿਸ਼ਤੇ ਤਾਂ ਹੁਣ ਪੈਸੇ ਦੇ। ਇਹ ਗੱਲ ਬਹੁਤ ਵਾਰੀ ਸੁਣਨ ਨੂੰ ਮਿਲਦੀ ਹੈ। ਫਿਰ ਜਿਹੜਾ ਸਾਡਾ ਸਮਾਜ ਹੈ ਉਹ ਅਸਥਿਰ ਹੋ ਰਿਹਾ। ਡੈਮੋਗ੍ਰਾਫਿਕ ਚੇਂਜਸ ਜਿਹੜੀਆਂ ਨੇ, ਵਸੋਂ ਦਾ ਬਦਲ ਇੰਨੀ ਤੇਜ਼ੀ ਨਾਲ ਹੋ ਰਿਹਾ, ਆਵਾਸ ਔਰ ਪ੍ਰਵਾਸ ਜਿਹੜਾ, ਕਿ ਜਿਹੜੀ ਸੋਸ਼ਲ ਇਨਸਟੇਬਿਲਿਟੀ ਜਾਂ ਸਮਾਜਿਕ ਅਸਥਿਰਤਾ ਜਿਹੜੀ ਸਾਫ਼ ਨਜ਼ਰ ਆਉਣ ਲੱਗ ਗਈ ਹੈ। ਹਾਲੇ ਕਿ ਬੜੀ ਦੇਰ ਤੋਂ ਰਿਹਾ ਹੈ ਕਿ ਪੰਜਾਬੀਆਂ ਦੀ ਇੱਕ ਟੱਪਰੀਵਾਸ ਰੁਚੀ ਤਾਂ ਰਹੀ ਹੈ, ਲੇਕਿਨ ਹੁਣ ਜਿਹੜੀ ਮਾਨਸਿਕਤਾ ਬਣ ਗਈ ਹੈ ਜਿਹਨੂੰ ਅੰਗਰੇਜ਼ੀ ਕਹਿੰਦੇ ਨੋਮੈਡਿਕ ਮੈਂਟੈਲਿਟੀ, ਟੱਪਰੀਵਾਸ ਮਾਨਸਿਕਤਾ ਜਿਹੜੀ ਹੈ ਬਣ ਗਈ ਹੈ। ਕਈ ਵਾਰੀ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿੱਦਾਂ ਪੰਜਾਬ ਦੀ ਸਥਿਤੀ ਕਿ ਜਿੱਦਾਂ ਕੋਈ ਪਲੇਟਫਾਰਮ ਹੁੰਦਾ ਰੇਲਵੇ ਦਾ, ਤੇ ਸਾਰਿਆਂ ਨੇ ਆਪਣਾ ਬੋਰੀਆ ਬਿਸਤਰਾ ਸਮਾਨ ਬੰਨਿਆ, ਉਹ ਗੱਡੀਆਂ ਦੀ ਉਡੀਕ ਰਹੇ ਜੀ ਕਿਹੜੇ ਅਨਾਊਂਸ ਹੋ ਰਿਹਾ, ਆਸਟ੍ਰੇਲੀਆ ਵਾਲੀ ਗੱਡੀ ਇੱਥੇ ਆਉਣੀ ਹੈ ਪਲੇਟਫਾਰਮ 'ਤੇ, ਕੈਨੇਡਾ ਦੀ ਗੱਡੀ ਇੱਥੇ ਆਉਣੀ ਹੈ, ਅਮਰੀਕਾ ਦੀ ਇੱਥੇ ਆਉਣੀ, ਇੰਗਲੈਂਡ ਦੀ ਇੱਥੇ ਆਉਣੀ, ਇਟਲੀ ਦੀ, ਜਰਮਨੀ, ਜੋ ਵੀ। ਸੋ ਇੱਦਾਂ ਦਾ ਕੋਈ ਮਾਹੌਲ ਲੱਗਦਾ ਹੈ। ਅਸੀਂ ਗੱਲਾਂ ਵੀ ਕਰਦੇ ਹਾਂ ਆਮ, ਤੇ ਉਹ ਕਹਿੰਦੇ ਉਹ ਜੀ ਕੈਨੇਡਾ ਵਾਲੀ ਚਾਚੀ ਨੂੰ ਲੈਣ ਜਾ ਰਹੇ ਜੀ, ਅਮਰੀਕਾ ਵਾਲੀ ਮਾਸੀ ਨੂੰ ਚੜ੍ਹਾਉਣ ਜਾ ਰਹੇ ਜੀ, ਇੰਗਲੈਂਡ ਵਾਲੇ ਚਾਚੇ ਨੂੰ ਲੈਣ ਜਾ ਰਹੇ, ਆਸਟ੍ਰੇਲੀਆ ਵਾਲੇ ਫੁੱਫੜ ਨੂੰ ਚੜ੍ਹਾਉਣ ਜਾ ਰਹੇ। ਹਰ ਵਕਤ ਉਸ ਜਿਹੜਾ ਪਰਿਵਾਰ ਹੈ ਉਹਦੇ ਵੱਲ ਜਿਹੜੇ ਏਅਰਪੋਰਟ ਵੱਲ ਦਿੱਲੀ ਵੱਲ ਜਾਂ ਹੁਣ ਅੰਮ੍ਰਿਤਸਰ ਵੀ ਤੁਹਾਡੇ ਹੈਗਾ, ਇਹ ਮਤਲਬ ਜੀਵਨ ਦਾ ਇੱਕ ਹਿੱਸਾ ਹੀ ਬਣ ਗਿਆ ਕਿ ਲੈਣ ਆਉਣਾ ਜਾਣਾ ਜਿਹੜਾ ਇੱਕ ਬੜੀ ਸਧਾਰਨ ਜਿਹੀ ਗੱਲ ਹੋ ਗਈ। ਤਾਂ ਬਾਕੀ ਸੱਭਿਆਚਾਰਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੋ ਮੈਨੂੰ ਬੜਾ ਮਤਲਬ ਕਾਫੀ ਦੇਰ 40 ਸਾਲ ਦਾ ਅਮਰੀਕਾ ਵੀ ਰਹਿਣ ਦਾ ਮੌਕਾ ਮਿਲਿਆ, ਪਰ ਬਹੁਤ ਸਾਰੇ ਦੁਨੀਆ ਦੇ ਖਿੱਤਿਆਂ ਔਰ ਦੇਸ਼ਾਂ ਜਾਣ ਦਾ ਮੌਕਾ ਮਿਲਿਆ। ਹੁਣ ਘੱਟੋ ਘੱਟ ਮੇਰਾ ਇਹ ਪ੍ਰਭਾਵ ਬਣਿਆ ਕਿ ਜਿਸ ਹੱਦ ਤੱਕ ਜਿਹੜਾ ਕੰਜ਼ਿਊਮਰ ਕਲਚਰ ਹੈ ਪੰਜਾਬੀਆਂ ਨੂੰ ਜਿਸ ਤਰ੍ਹਾਂ ਇਹਨੇ ਪ੍ਰਭਾਵਿਤ ਕੀਤਾ, ਘੱਟੋ ਘੱਟ ਮੈਂ ਨਹੀਂ ਕੋਈ ਹੋਰ ਦੇਖਿਆ ਕੋਈ ਭਾਈਚਾਰਾ ਜਾਂ ਹੋਰ ਸੰਸਾਰ ਦਾ ਖਿੱਤਾ ਜਿਹੜਾ ਹੈ ਇਸ ਹੱਦ ਤੱਕ ਪ੍ਰਭਾਵਿਤ ਹੋਇਆ। ਬਹੁਤ ਸਾਰੇ ਉੱਥੇ ਕੈਨੇਡਾ 'ਚ ਵੀ, ਅਮਰੀਕਾ, ਇੰਗਲੈਂਡ, ਯੂਰਪ 'ਚ ਵੀ ਆਮ ਜਦੋਂ ਗੈਰ ਰਸਮੀ ਕਦੋਂ ਹੁੰਦੇ ਨਾ, ਹੁਣ ਆਪਾਂ ਗੱਲ ਕਰ ਰਹੇ ਇੱਥੇ ਤਾਂ ਗੱਲ ਹੋ ਰਹੀ, ਜਦੋਂ ਲੋਕ ਗੈਰ ਰਸਮੀ ਬੈਠੇ ਹੈ, ਬਹੁਤ ਸਾਰੇ ਭਾਈਚਾਰਿਆਂ ਨਾਲ ਮਤਲਬ ਜਿਹੜਾ ਇੰਟਰੈਕਸ਼ਨ ਦਾ ਮੌਕਾ ਮਿਲਿਆ। ਕਿਤੇ ਵੀ ਮੈਂ ਨਹੀਂ ਦੇਖਿਆ ਕਿ ਇੰਨੀ ਖੁੱਲ੍ਹ ਕੇ ਪੈਸੇ ਦੀ ਗੱਲ ਹੋਵੇ। ਲੋਕ ਕਹਿੰਦੇ ਤੇਰੀ ਕਿੰਨੇ ਡਾਲਰ ਕਮਾਉਂਦੇ, ਕਿੰਨੇ ਪੈਸੇ ਕਮਾਉਂਦੇ, ਤੁਹਾਡਾ ਘਰ ਕਿੰਨੇ ਦਾ, ਤੁਹਾਡੀ ਕਾਰ ਕਿੰਨੇ ਦੀ ਹੈ। ਇਹ ਕਿਤੇ ਕਿਸੇ ਹੋਰ ਭਾਈਚਾਰੇ 'ਚ ਇੱਥੇ ਤੱਕ ਹੋਇਆ ਪਿਆ ਕਿ ਔਰਤਾਂ ਜਿਹੜੀਆਂ ਜੇ ਪਾਰਟੀ 'ਚ ਕਿਤੇ ਉਹੀ ਸੂਟ ਜਾਂ ਉਹੀ ਗਹਿਣੇ ਦੂਜੀ ਪਾਰਟੀ ਦੇ, ਉਹ ਕਹਿੰਦੇ ਅੱਛਾ ਹੁਣ ਹੱਦ ਹੋ ਗਈ, ਕੀ ਗੱਲ ਗਰੀਬੀ ਆ ਗਈ, ਆਹ ਤਾਂ ਤੁਸੀਂ ਪਿਛਲੀ ਵੀ ਪਾਰਟੀ 'ਚ ਆਹੀ ਸੂਟ ਪਾਇਆ ਸੀ, ਆਹੀ ਗਹਿਣੇ ਪਾਏ ਸੀ। ਇਸ ਹੱਦ ਤੱਕ ਜੋ ਕੰਜ਼ਿਊਮਰਿਜ਼ਮ ਦਾ ਜਿਹੜਾ ਹੈ ਇਹ ਤੁਹਾਨੂੰ ਕਿਤੇ ਹੋਰ ਕਿਸੇ ਭਾਈਚਾਰੇ ਜਿਹੜਾ ਹੈ ਉਹ ਦੇਖਣ ਨੂੰ ਨਹੀਂ ਮਿਲਦਾ। ਤਾਂ ਬਾਕੀ ਫਿਰ ਜਿਹੜਾ ਕਦਰਾਂ ਕੀਮਤਾਂ ਦਾ ਜਿਹੜਾ ਨਿਗਾਰ ਹੈ ਉਹ ਵੀ ਸਾਡੇ ਤੋਂ ਕੋਈ ਛੁਪਿਆ ਨਹੀਂ।
मैं तो एक ਉਹਦੀ ਐਗਜ਼ਾਮਪਲ ਦਿੰਦਾ ਹੁੰਦਾ ਵੀ ਸਭ ਤੋਂ ਜਿਹੜਾ ਕੋਈ ਪਵਿੱਤਰ ਰਿਸ਼ਤਾ ਜਾਂ ਪ੍ਰਥਾ ਜਿਹੜੀ ਹੈ ਕੋਈ ਮੋਸਟ ਸੈਕਰਡ ਸੋਸ਼ਲ ਇੰਸਟੀਟਿਊਸ਼ਨ ਜਿਹੜੀ ਹੈ ਮੈਰਿਜ ਹੈ। ਜੋ ਅਸੀਂ ਮੈਰਿਜ ਦਾ ਇੰਸਟੀਟਿਊਸ਼ਨ ਦਾ ਜਲੂਸ ਕੱਢਿਆ ਉਹ ਤਾਂ ਹੱਦ ਹੀ ਹੋ ਗਈ। ਜਿਹੜਾ ਵੀਜ਼ਾ ਲਾਉਣ ਲਈ ਜਿਹੜਾ ਹੈ ਪਹਿਲਾਂ ਅਸੀਂ ਤਾਂ ਦੇਖੋ ਜੀ ਅਸੀਂ ਤਾਂ ਹੁਣ ਨਿਗਾਰ ਦੀ ਸੀਮਾ ਆ ਗਈ ਨਹੀਂ। ਇਹਦੇ ਸਕੇ ਭੈਣ ਭਰਾ ਦਾ ਜੀ ਵਿਆਹ ਕਰਾਤਾ ਅਸੀਂ ਇਹ ਹੱਦ ਹੋ ਗਈ ਨਹੀਂ। ਹੱਦ ਇੱਥੇ ਨਹੀਂ ਹੋਣੀ ਉਹ ਹੱਦ ਜੀ ਹੁਣ ਪਿਓ ਧੀ ਦਾ ਵੀ ਕਰਾਤਾ ਇੱਥੇ ਤੱਕ ਹੁਣ ਅਸੀਂ ਤਾਂ ਹੁਣ ਚਲੋ ਹੁਣ ਹੱਦ ਹੋ ਗਈ ਨਹੀਂ। ਹੁਣ ਮਾਂ ਦੇ ਪੁੱਤ ਦਾ ਵੀ ਕਰ ਉਹ ਖੋਜੇ ਕਾਫਰ ਉਹ ਕਹਿੰਦਾ ਮੈਂ ਲਿਖਤਾ ਮਾਂ ਪੁੱਤ ਦਾ ਉਹ ਕਹਿੰਦਾ ਮੈਨੂੰ ਕਿਹਾ ਹੋਰ ਨਾ ਮੈਨੂੰ ਲੋਕ ਮੇਰੇ ਗੱਲ ਪੈ ਜਾਣ ਵੀ ਤੁਸੀਂ ਇਹ ਕਿਹਾ। ਉਹ ਕਹਿੰਦਾ ਦੇਖੋ ਜੀ ਮੇਰੇ ਕੋਲ ਸਬੂਤ ਹੈ ਮੈਂ ਐਵੇਂ ਨਹੀਂ ਕਰਦਾ। ਤਾਂ ਇਹ ਹੁਣ ਮੈਂ ਨਾ ਉਦੋਂ ਦਿੱਲੀ ਇੱਕ ਕੋਰਸ ਦਿੱਤਾ ਜਾਂਦਾ ਹੈ ਸ਼ਾਰਟ ਟਰਮ ਕੋਰਸ ਉਹਨੂੰ ਗੁਰੂ ਗ੍ਰੰਥ ਸਾਹਿਬ ਅਤੇ ਮੈਂ ਉਹ ਗੈਸਟ ਫੈਕਲਟੀ 'ਤੇ ਪੰਜਾਬ ਨਾਲੋਂ ਬੜਾ ਵੱਖਰਾ ਹੈ। ਇੱਥੇ ਦੀਆਂ ਯੂਨੀਵਰਸਿਟੀਆਂ 'ਚ ਅਕਸਰ ਮੈਨੂੰ ਮਤਲਬ ਇਸ ਵਿਸ਼ੇ 'ਤੇ ਗੱਲ ਕਰਨ ਦਾ ਮੌਕਾ ਮਿਲਿਆ ਪਰ ਮੈਂ ਦੇਖਿਆ ਕਿ ਜਿਹੜੀ ਐਲੀਟ ਕਲਾਸ ਹੈ ਉਹ ਘੱਟ ਹੀ ਇਹੋ ਜਿਹੀ ਗੱਲ ਸੁਣਨ ਆਉਂਦੀ ਹੈ। ਪਰ ਦਿੱਲੀ 'ਚ ਜਿਹੜਾ IAS ਅਫਸਰ IPS ਅਫਸਰ ਸੁਪਰੀਮ ਕੋਰਟ ਦੇ ਜੱਜ ਉਹ ਵੀ ਇਹ ਕੋਰਸ ਅਤੇ ਇੱਕ ਮੇਰਾ ਲੈਕਚਰ ਸੀਗਾ ਕਿ ਜਿਹੜੀ ਵਿਆਹ ਦਾ ਜਿਹੜਾ ਕੀ ਕੰਸੈਪਟ ਆਨੰਦ ਲਾਵਾਂ ਦਾ ਆਨੰਦਕਾਰੀ। ਤਾਂ ਮੈਂ ਕਿਹਾ ਕਿ ਵੀ ਦੇਖੋ ਸਾਡਾ ਗੁਰੂ ਗ੍ਰੰਥ ਸਾਹਿਬ ਜਿਹੜਾ ਸੰਕਲਪ ਹੈ ਔਰਤ ਔਰ ਮਰਦ ਰਿਸ਼ਤਾ ਜਿਹੜਾ ਇਹਦੇ ਮੁੱਖ ਪੱਖ ਜਿਹੜਾ ਹੈ ਰੂਹਾਨੀ ਪੱਖ ਹੈ। ਧਨ ਪਿਰੇ ਨਾਖੇ ਬਹਿਣ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ ਧਨ ਪਿਰ ਕਹੀਏ ਸੋਏ ਵੀ ਜੇ ਸਿਰਫ ਇਹ ਜਿਹੜਾ ਸਰੀਰ ਦਾ ਸਰੀਰਕ ਰਿਸ਼ਤਾ ਨਹੀਂ ਹੈ ਜਿੰਨਾ ਚਿਰ ਇਹਦੇ 'ਚ ਰੂਹਾਨੀ ਐਲੀਮੈਂਟ ਜਾਂ ਸਪਿਰਿਚੁਅਲ ਐਲੀਮੈਂਟ ਜਿਹੜਾ ਹੈ ਉਹ ਨਹੀਂ ਆਉਂਦਾ ਤਾਂ ਗੁਰੂ ਸਾਹਿਬ ਕਹਿੰਦੇ ਪਤੀ ਪਤਨੀ ਕਹਾਣ ਦੇ ਕਾਬਲ ਹੀ ਨਹੀਂ। ਸੁਪਰੀਮ ਕੋਰਟ ਦੇ ਜੱਜ ਕਹਿੰਦੇ ਜੀ ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਰੂਹਾਨੀ ਰਿਸ਼ਤਾ ਹੈ ਪਰ ਜਿੰਨੇ ਡਾਈਵੋਰਸ ਸਾਡੇ ਕੋਲ ਮੇਰੇ ਸਾਰੇ ਸਿੱਖਾਂ ਦੇ ਇਹ ਸਟੈਟਿਸਟਿਕਸ ਹੈ ਹਿੰਦੁਸਤਾਨ ਸਭ ਤੋਂ ਜ਼ਿਆਦਾ ਡਾਈਵੋਰਸ ਧਰਮਾਂ ਦੇ ਅਨੁਸਾਰ ਇਸ ਵੇਲੇ ਸਿੱਖਾਂ ਦਾ ਹੋ ਗਿਆ ਅਰਥਾਤ ਪੰਜਾਬੀਆਂ ਦਾ। ਤੇ ਹੁਣ ਜੇ ਅਸੀਂ ਐਕੈਡੈਮਿਕ ਦੇਖਦੇ ਹਾਂ ਤਾਂ ਉਹ ਵੀ ਸਾਡਾ ਨਿਗਾਰ ਜਿਹੜਾ ਉਹ ਬੜਾ ਸਪਸ਼ਟ ਹੈ। ਜੇ ਤੁਸੀਂ IAS ਅਫਸਰ ਦੇਖ ਲਓ ਚੰਗੀਆਂ ਜਿੰਨੀਆਂ ਚੰਗੀਆਂ ਪੋਜੀਸ਼ਨਾਂ ਹੈ ਲਗਾਤਾਰ ਪੰਜਾਬੀਆਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਘਟੇ ਜਾ ਰਹੀ। ਹੁਣ ਆਪਣੇ ਇੱਕ ਇੱਥੇ ਲਿਖਾਰੀ ਵੀ ਨੇ DC ਰਹੇ ਫਿਰ ਉਹ ਪੰਜਾਬ ਗੌਰਮੈਂਟ ਚੀਫ ਸੈਕਟਰੀ ਵੀ ਬਣੇ। ਹੁਣ ਉਹ ਗਏ ਕੈਨੇਡਾ ਮੈਂ ਉਹਨਾਂ ਨੂੰ ਬੜੀ ਇਹ ਗੱਲ ਪਿੰਚ ਕੀਤੀ ਉਹ ਕਿ ਇੰਨੀ ਸਾਡੀ ਆਬਾਦੀ ਕੈਨੇਡਾ 'ਚ ਅਤੇ ਉਹ ਜਿੱਥੇ ਸਾਡੀ ਸਭ ਤੋਂ ਸੰਘਣੀ ਵਸੋਂ ਵੈਨਕੂਵਰ ਏਰੀਆ UBC 28 ਬੰਦੇ ਸਿਰਫ ਜਿਹੜੇ ਸਟੂਡੈਂਟ ਹੈ ਉਹ PhD ਕਰ ਹਰ ਇੱਕ ਉਹਨਾਂ ਨੇ ਯੂਨੀਵਰਸਿਟੀ ਗਏ ਅਮਰੀਕਾ ਗਏ ਕੈਨੇਡਾ ਗਏ। ਪੰਜਾਬੀਆਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਪੋਸਟ ਗ੍ਰੈਜੂਏਟ ਲੈਵਲ 'ਤੇ ਇੰਨੀ ਘੱਟ ਹੈ ਆਪਣੀ ਆਬਾਦੀ ਦੇ ਅਨੁਪਾਤ ਦੇ ਨਾਲ। ਔਰ ਦੂਜੇ ਪਾਸੇ ਜਦੋਂ ਅਸੀਂ ਦੱਖਣੀ ਭਾਰਤ ਦੇ ਲੋਕਾਂ ਦੀ ਦੇਖਦੇ ਹਾਂ ਤਾਂ ਉਹਨਾਂ ਦੀ ਜਿਹੜੀ ਆਪਣੀ ਆਬਾਦੀ ਤੋਂ ਕਈ ਗੁਣਾ ਜ਼ਿਆਦਾ ਰਿਪਰੈਜ਼ੈਂਟੇਸ਼ਨ। ਹੁਣ ਤਾਂ ਦਿਨੋਂ ਦਿਨ ਇਹ ਸਥਿਤੀ ਬਣੀ ਜਾ ਰਹੀ ਹੈ ਕਿ ਜਿਹੜੀਆਂ ਪੰਜਾਬ ਦੀਆਂ ਜਿਹੜੀ ਹਾਇਰ ਐਜੂਕੇਸ਼ਨ ਦੇ ਕਾਲਜ ਯੂਨੀਵਰਸਿਟੀਆਂ ਦੀ ਤਾਂ ਹੋਂਦ ਦੀ ਕਤਾਰ 'ਤੇ ਲੱਗ ਗਈ ਹੈ। ਉਹਨਾਂ ਨੂੰ ਸਟੂਡੈਂਟ ਹੀ ਨਹੀਂ ਲੱਭ ਰਹੇ। ਬਹੁਤ ਸਾਰੀਆਂ ਸੀਟਾਂ ਖਾਲੀ ਪਈਆਂ ਜਿੱਥੇ ਇੰਨਾ ਕੰਪੀਟੀਸ਼ਨ ਹੋਇਆ ਜੋ ਸੀਟਾਂ ਨਹੀਂ ਭਰੀਆਂ ਜਾਂਦੀਆਂ। ਕਿਉਂ ਕਿ ਪੰਜਾਬ ਦਾ ਇੱਕੋ ਹੀ ਹੈ 10+2 IELTS 12,000 ਤੋਂ ਵੱਧ IELTS ਸੈਂਟਰ ਪੰਜਾਬ ਨੇ 2% ਪਾਪੂਲੇਸ਼ਨ ਪੰਜਾਬ ਦੀ। ਸਾਰਾ ਹਿੰਦੁਸਤਾਨ ਮਿਲ ਕੇ 12,000 ਸੈਂਟਰ ਨਹੀਂ ਹੈ। ਕੁਛ ਤੱਕ गड़बड़ हो रही है। तो ਜਦੋਂ ਸਾਡਾ ਜਿਹੜਾ ਦੇਖੋ ਕਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਕਿੱਥੇ ਜਾ ਰਹੀ ਕੈਨੇਡਾ ਸਾਊਥ ਤੋਂ 70% ਲੋਕ ਸਾਡੇ ਹੁਣ ਇਸ ਵੇਲੇ ਯੂਥ ਕੈਨੇਡਾ ਜਾ ਰਹੇ ਸਾਰੇ ਵੀ ਕੁਝ ਹਰ ਇੱਕ ਥਾਂ ਤੇ ਕੋਈ ਸ਼ਾਇਦ ਅੰਮ੍ਰਿਤਸਰ ਵੀ ਹੋਣਾ ਪਟਿਆਲੇ ਮੈਂ ਦੇਖਿਆ ਹਰ ਇੱਕ ਵੱਡੀ ਸੜਕ ਤੇ ਹਰ ਖੰਭੇ ਤੇ ਕੈਨੇਡਾ 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 ਕੈਨੇਡਾ। ਲੇਕਿਨ ਕਿਹੜੀਆਂ ਅਸੀਂ ਉੱਥੇ ਨੌਕਰੀਆਂ ਕਰਨ ਜਾ ਰਹੇ ਹਾਂ ਕਹਿੰਦੇ ਉਚੇਰੀ ਵਿੱਦਿਆ। ਹੁਣ ਟਰੱਕ ਡਰਾਈਵਿੰਗ ਵਾਸਤੇ ਕਿਹੜੀ ਸਭ ਤੋਂ ਜ਼ਿਆਦਾ ਸਾਡੀ ਜਿਹੜੀ ਨੌਕਰੀ ਅਸੀਂ ਟਰੱਕ ਡਰਾਈਵਰ ਇਹਦੇ 'ਚ ਕਿਹੜੀ ਉਚੇਰੀ ਵਿੱਦਿਆ ਚਾਹੀਦੀ। ਉਹ ਸਾਰਾ 3 ਗੁਣਾ ਸਾਡੇ ਬੱਚਿਆਂ ਤੋਂ ਫੀਸ ਲੈ ਰਹੇ ਨੇ ਯੂਨੀਵਰਸਿਟੀਆਂ ਔਰ ਜੋ ਬਹੁਤ ਸਾਰੀਆਂ ਯੂਨੀਵਰਸਿਟੀਆਂ ਐਗਜ਼ਿਸਟ ਹੀ ਨਹੀਂ ਕਰਦੀਆਂ।
तो सानू जो कोई स्टडी कराओ सब नूं पता है कि PR लैना, उन्होंने भी पता ठप्पा लाना, ना किसी ने पढ़ना ना किसी ने पढ़ाना। पर दुख ये है कि अज दे जिहड़ी एस्टैबलिश चीज़ है कि किसी भी भाईचारे का जिहड़ा किसी भी कम्यूनिटी का भविख जिहड़ा वो एजुकेशन लैवल नाल जुड़िया होया। तो साडा तो एजुकेशन लैवल बिल्कुल पंजाबियों का खत्म पढ़े ये बच्चे पहला कदे चलो जी जिहड़े एक क्वालिटेटिव चेंज आई है, सिफती चेंज आई है प्रवास पहला आउंदे सधारण दे गरीब किसानों के बच्चे, हुण किहड़े जा रहे पढ़ी लिखी मिडल क्लास के बच्चे जा रहे, अमीर किसाने के बच्चे जा रहे हैं, IAS IPS अफसर के बच्चे, ये बच्चों ने जाके उसे ट्रक तो नहीं चलाने, इतने रहिंदे पता नहीं कोई IAS अफसर बनने, IPS IFS बनना सी, कोई यूनिवर्सिटियों के प्रोफैसर बनना सी, की बनना, तो हुण उन्होंने ट्रक ड्राइवर बन गए। ये बड़ी चिंता का विषय है कि असीं एक अंडर क्लास क्रिएट कर। अमरीका दे विच 30,000 सिख जिहड़े ने वो मतलब जिहड़े ट्रक ड्राइवर बने। हुण दूजे पासे कनेडा अमरीका 'च स्टडी हुई है कि सब तो घੱਟ किहड़े प्रोफैशन नूं लाइक किया जाता है, तुसीं गैस लाओ, ट्रक ड्राइवर। एक अमरीका की भविष्यवाणी है कि 10 लाख 1 मिलियन ट्रक ड्राइवर ने, वो सारे दे सारे एक दिन सिखा ने हो जाना। ये भविष्यवाणी। तो ये आपां नूं मतलब ये सारिया चीज़ां जिहड़ियां ने ना ये गौर करन दी लोड़। अच्छा फिर देखो एक होर चीज़ मैं तुहाडे कि सेहत पक्षों असीं किन्नी कि साडी डिजनरेशन हुई है। असीं दुनिया के सब तो गैर सेहतमंद अनहैल्दीएस्ट पीपल, साडे बजुर्ग सब तो ज़्यादा सेहतमंद हुंदे सी। तुसीं देखो हुण तुहाडे सामने इंडिया 'च देख लो कि करोना होया, करोना दे विच भारत जिहड़ी मॉर्टैलिटी है, मॉर्टैलिटी मतलब जे 100 बंदियां नूं करोना हुंदा है तो किन्ने बंदे मर जाणगे? 1.5%, 1.5। पंजाब दे किन्ने 3, दुगनी बाकी भारत। क्यों? क्योंकि किहड़ियां चीज़ां दा मॉर्टैलिटी है, मोटापा, डायबिटीज, हाई ब्लड प्रेशर, हार्ट, सारिया चीज़ां पंजाब जिहड़ा भारत नालों अगे, पर कैपिटल पिछे, एजुकेशन पिछे, पर इन्हां चीज़ां से अगे। तो ये इत्थे नहीं, कनेडा जाके देख लो, सारे साडे यूथ का सपनियां का जिहड़ा संसार, सपनियां का देश। मैं कहा भाई सपनियां का देश है तो इन्नी ज़्यादा डिप्रैशन है कनेडा च, तुसीं हैरान हो जाओगे। किसे जाके गूगल पर पढ़ लो, किते पढ़ लो। मैं तो रहा उत्थे, मेरा तो आना कैनेडियन समाज का बड़ा, और डॉक्टर है मैं पेशे वजों भी, मैनू तो मेरा साइकैट्रिस्ट नाल गल हुई, एक मैनू मैं लिखा उत्थे तो बहुत ज़्यादा पंजाबी डिप्रैशन है। तो मैनू उत्थे एक मेरे अंग्रेजी के अखबार च मेरा लेख छपया, तो मैनू उतों जो सरी साडे साइकैट्रिस्ट प्रैक्टिस करते थे, प्यो पुत दोनों ही साइकैट्रिस्ट, उन्होंने कहा डॉक्टर साहब तुझे बिल्कुल ठीक है, कहते साढ़े तो सांभे ही नहीं जाता। कहना मेरा पुत जो वो तो प्रैक्टिस छड्ड के चला गया, वो कहता जी मेरे वास्ते रहो, मैं तो कोई होर नौकरी कर ला। कहते मैं भी लिख के लाता ओनली एस्टैबलिश्ड पेशेंट्स। इन्ना वॉल्यूम है डिप्रैशन का कि असीं सामभ नहीं सकते। गुरुद्वारा साहब सरी उतों के एक प्रधान, वो मेरे नाल बड़ा प्यार करते, उन्होंने BC गौरमेंट को बेनती की कि संगत इन्नी ज़्यादा डिप्रैशन है कि सानू कुछ करो आके इत्थे। अब डिप्रैशन अवेयरनेस BC गौरमेंट ने गुरुद्वारा सिंह सभा जो सरी दे विचकार है उत्थे प्रोग्राम जिहड़ा चलाया। तो ये चीज़ां जिहड़ियां ने ये सानू ज़ाहिर है कि ये गौर करने वाला। फिर वातावरण का तुहानू पता ही कि चलो होर बहुतियां गल्लां नहीं करते, भी सब तो चीज़ पानी देख लो भी 16 फुट तो साड़ी जमीन पानी मैं आप देखा, हुण 400 फुट जिहड़ा बोर करना पै रहा, असीं तो होर तो पानी ही खत्म हो जाना। फिर जो कैमिकल फर्टिलाइजर तो जिहड़ियां इंसैक्टीसाइड कीड़े मार दवाइयां, इन्ना कैंसर मालवा बेल्ट हैगा कि तुहानू पता है बठिंडे तो बीकानेर गड्डी उहदा नाम ही कैंसर ट्रेन रखता है। हुण सवाल है कि एक अच्छा क्योंकि टाइम भी नहीं ज़्यादा लेना, पर बहुत कापा निगार की भी गल करना। ये जिहड़ा एक पंजाब की जिहड़ी सब तो वड्डी जिहड़ा दुखांत मैं कहना कि पंजाब नूं बहुत अगवाई तो ही सकना हो, सानू बहुत अगवाई मिल ही नहीं रही, क्योंकि 2 वड्डियां चीज़ां हुई पंजाब च। एक हरा इनकलाब
मेरे हिसाब नाल 50% पंजाब नूं हरे इनकलाब ने बर्बाद कर दित्ता, तो हुण बाकी दा 50% प्रवास बर्बाद कर रहा। लेकिन दोनों से साडा बुद्धिजीवी वर्ग समझ नहीं सकिया। हुण हरा इनकलाब की सी? हरा इनकलाब अमरीकी साम्राज का पंजाब के अमीर किसानी नाल गठजोड़ सी, जिहदे पंजाब की अमीर किसानी जिहड़ी सरमाएदार जमात च बदल गई। लेकिन दुखांत की है कि ये एक नैचुरल एवोल्यूशन नहीं सीगा, ये विकसित नहीं हुई, ये ठोसिया गया एकदम, उन्होंने सरमाएदार अमीर किसानी तो सरमाएदारी बनाता। हुण उन्हें ना तो सलीका सीखिया, ना उन्हें कोई वो सदाचार सीखिया, ना वो समर्था आई, ना कुशलता आई। दुनिया च सब तो घट जे कोई घटिया सरमाएदारी है तो उन्होंने फिर उन्हें की किया, होर तो उहदे कोल होया ही नहीं। मैं उन्होंने कहना जो अज दे मेरा देश सेवक भी इतने शायद असीं कहांगे जो तुहाडे तो टाइम होया पढ़ लेना, मैं इत्थे एडिटर ने भेजे ने उजड़वाद, ये उन्होंने उजड़ सरमाएदारी जिहड़ी है बनी है, तो उजड़वाद पंजाब जिहड़ा भारत हुण वो ही साडे बुद्धिजीवी वो उजड़वाद नूं कोई कहंदा जट्टवाद है, वो जट्टा बेचारिਆਂ ਨੂੰ भी जट इदां दा थोड़ी हुंदा जिहड़ा जट दिखाया जा रहा। घट्टो घट्ट टीवी ते गीतां च फिल्मां च हर एक कम्यूनिटी दे कोई पॉजिटिव ते नैगेटिव, जट्टां दे भी कोई पॉजिटिव ने नैगेटिव ने, लेकिन जो अक्स जट्टां दा दिखाया जा रहा घट्टो घट्ट मैं तो नहीं मनदा भी साडा अक्स है, मैनूं तो पछाण ही नहीं आती। इस करके ना इहनूं जट्टवाद कहा जा सकदा, ना इहनूं जातिवाद कहा जा सकदा है। फिर जो कई कहते कबीलावाद है जी पंजाब, जिथों माफ करना मैं कहता ना नहीं लवांगा, इत्थे दे बड़े बड़े विद्वान वो कहते जी पंजाब का ट्राइबलिज्म जा रहा है। वो मैं कहा भाई कबीला कोई सारी माड़ी गल नहीं, कबीले तो पॉजिटिव भी चीज़ है, कबीले को एक कोलैक्टिव परस्पैक्टिव भी है, कबीला जो सांझीवालता वाला भी है। अज तक भी अफ्रीका के कई देश ने उत्ते ट्राइबल ला है, सारी प्रॉपर्टी सांझी है। पंजाब का निजवाद भारू है, साझी थां का कोई है ही नहीं, कबीला आप किद्दां कहांगे। तो ये जिहड़ी चीज़ है ना कि असीं पंजाब दे विच जिहड़ी तां मैं कहना कि बौद्धिक जिहड़ी है एक गैप बन गया, सखना हो गया पंजाब बौद्धिक अगवाई। तो एक जिहड़ी गल बहुत वड्डी उहदे ते मैं 1-2 मिनट गल करके भी जिहड़ी मौजूदा प्रॉब्लम है कि जिस तरह पंजाब का बुद्धिजीवी वर्ग जिहड़ा हरे इनकलाब की सच्चाई को समझण तो असमर्थ रहा, तो हुण जिहड़ा अज दा जिहड़ा प्रवास है ये पंजाब की सब तो वड्डी चुनौती है। तो उन्होंने साडे परिवार जिहड़े बुद्धिजीवी वर्ग ने नहीं समझा कि एक क्वालिटेटिव चेंज आई है, कि सिफती एक गुणात्मक तब्दीली आई है, कि जिहड़ा पहला प्रवास सीगा वो कुदरती प्रवास सी, क्योंकि दुआबा शुरू होया, दुआबा खेतर ते जमीन की मलकीयत घट गई, खेतीबाड़ी तो लोगों का जिहड़ा गुजारा नहीं हुंदा, बाहर गए, बाहरों गए पैसे कमाए, तो वो लोग कभी ना तो अपनी धरती तो टुटे, ना परिवार तो टुटे, ना अपने समाज तो टुटे। उन्होंने पॉजिटिव कंट्रीब्यूशन वो कमाते उत्थे सी, पैसा इत्थे भेजते सी, उहदे नाल उन्होंने परिवार का भी कुछ वारिया, इलाके का भी कुछ वारिया। हुण दा प्रवास हुण बिल्कुल उल्टा है। हुण जिहड़े जांदे बच्चे वो गरीब और उस बैकग्राउंड तो नहीं है। बहुत सारे बच्चे जिहड़े मैं पहला भी कहा मिडिल क्लास पढ़े लिखे ने, अफसरां दे बच्चे ने, अमीर किसानां दे बच्चे ने, उन्होंने की मोटिवेशन है। दो चीज़ां ने इस वेले साम्राज्य प्रवास में करना। पहली गल कि फर्टिलिटी रेट जिहड़ा है वो कैपिटलिस्ट कंट्री दे विच बहुत घट गया, बच्चे नहीं पैदा हो रहे। कनेडा दे विच डेट है 1.5, 2.1 चाहिए एक औरत को, औसत 2.1 बच्चे, तुसीं 2.1 को कुछ बच्चों ने एक्सीडेंट मर जाना कोई हो रहा, तो 2 तो ज़्यादा चाहिए स्टेबल पॉपूलेशन लिए। हुण जिथे 1.5 है तो ज़ाहिर है कि किन्नी वसों हर साल घटी जानी है, उन्हें कित्थों पूरी करनी। तो इस करके साडी लोड़ नहीं, उन्होंने लोड़ है। तो दूसरी चीज़ ये है कि जिहड़ा मुख्य कारण है प्रवास का, साम्राज्य प्रवास का, वो है अनईवन एक्सचेंज रेट। 1950 च अमरीकन डॉलर 1 रुपए का सी, अज जिहड़ा 75 रुपए का।
देखो कौन निर्धारित करता है? साम्राज्य करते हैं। उन्होंने फर्टिलिटी रेट घट गया, उन्होंने साढ़े पैसे की कीमत घटा दी। अज सब तो ज़्यादा हुण कई कहते आह कारण जी पंजाब रहन के काबल नहीं रहा, पंजाब च लॉ एंड आर्डर नहीं रहा, पंजाब पलूट हो गया, तां लोग जा रहे हैं। नहीं, मैं उन्होंने पता एक गल कर दो, सारिया करंसियां एट पार कर दो, ₹1 $1 एक पाउंड एक कैनेडियन। जे एक बंदा भी पंजाब चो प्रवास कर जाए तो फिर मैं समझा मैं गलत हाँ। ये प्रवास अज जिहड़ा है, जिहड़ा जल्दी तो जल्दी थोड़े तो थोड़े एक कंज्यूमरिज्म का ही पार्ट है कि थोड़े तो थोड़े ज़्यादा पैसा बनाने का एक ये है मुख्य मोटिवेशन प्रवास की। तो ये चीज़ां ने आपां नूं देखनियां पैणियां। और अंत दे विच जिहड़ा मैं कहांगा कि देखो ये पंजाब का भविख जिहड़ा है, ये जिहड़ा मैं हुण तुहाडे नाल उहदे देखे ने निगार वाले पक्ष, ये किहदी देन है? ये साम्राज्य जिहड़ा लोक विरोधी कुदरत विरोधी जिहड़ा विकास का मॉडल असीं हरे इनकलाब तो बाद अपनाया, उहदी देन है। जिन्ना चिर ਇਹਦੀ ਥਾਂ ਤੇ ਅਸੀਂ ਲੋਕ ਪੱਖੀ ਕੁਦਰਤ ਪੱਖੀ ਵਿਕਾਸ ਦਾ ਮਾਡਲ ਨਹੀਂ ਅਪਣਾਉਂਦੇ ਤਾਂ ਇਹ ਨਿਗਾਰ ਦਾ ਰੁਝਾਨ ਜਿਹੜਾ ਬਦਲਿਆ ਨਹੀਂ ਜਾ ਸਕਦਾ। तो एक चीज़, दूसरी चीज़ जी मैं आखिरी गल करनी है कि कुछ मैं क्योंकि बहुत मैनू भी लगता है कि मैं मतलब ज़्यादा दुखांत वाली दुख वाली गल्लां दुख साझा किया, लेकिन एक चंगी गल हुई है वो है जो मौजूदा किसानी संघर्ष कि इस किसानी संघर्ष ने एक कुछ ना कुछ मोड़ा लिया, साढ़े भाईचारक साझ लिया, साढ़े जीवन को ਜਿਹੜਾ ਇਹ ਅਹਿਸਾਸ ਕਰਾਇਆ ਕਿ ਜੀਵਨ ਦੇ ਵੀ ਕੋਈ ਅਰਥ ਵੀ ਹੁੰਦੇ ਨੇ, ਕਿ ਜੀਵਨ ਦਾ ਕੋਈ ਮੰਤਵ ਵੀ ਹੁੰਦਾ। ਮੀਨਿੰਗਲੈਸ ਲਾਈਫ ਔਰ ਜਿਹੜੀ ਹੈਗੀ ਪਰਪਸਲੈਸ ਲਾਈਫ ਤੋਂ ਸਾਡੇ ਜੀਵਨ ਨੂੰ ਕੁਝ ਮੀਨਿੰਗ ਔਰ ਪਰਪਸ ਮਿਲਿਆ, ਲੋਕਾਂ ਨੇ ਤੇ ਮਹਿਸੂਸ ਕੀਤਾ। ਤਾਂ ਇਹ ਇੱਕ ਜਿਹੜਾ ਸਾਡੇ ਜੀਵਨ 'ਚ ਉਤਸ਼ਾਹ ਘਟ ਗਿਆ ਸੀ, ਸਾਡੇ ਕੋਲ ਇੱਕ ਨਵਾਂ ਉਤਸ਼ਾਹ ਆਇਆ। ਤਾਂ ਇਹ ਜਿਹੜੀ ਚੀਜ਼ ਹੈ, ਇੱਕ ਜਨ ਸ਼ਕਤੀ ਜਿਹੜੀ ਹੈ ਸਾਡੀ, ਇਹ सब तो वड्डी प्राप्ति किसान संघर्ष की है कि इन्हें जन शक्ति जी रिलीज़ करती और हुण असीं उस जन शक्ति नूं पंजाब की दिशा बदलण लई जिहड़ा है वरतना है। और आ जिहड़ी निगार की स्थिति जिहड़ी मैं तुहाडे नाल साझी कीती है, इस तो असीं उभार च लियाना है। और वो शक्ति जिहड़ी चाहिदी सी कि इहदा साम्राजी जिहड़ा विकास का मॉडल जिहड़ा कुदरत विरोधी ते लोक विरोधी मॉडल है, उहनूं बदल के जिहड़ा कुदरत पक्षी लोक पक्षी जिहड़ा कि साडे अपनी विरासत च पिया, श्री गुरु ग्रंथ साहिब दे विच पिया विकास का बदलवा मॉडल, उही पंजाब की जिहड़ी है भविख नूं बदल सकदा है। फिर पंजाब किधर नूं फिर असीं निगार दी थां उभार वल जा सकते हैं। बहुत बहुत धन्यवाद। बहुत शुक्रिया डॉक्टर साहब, बहुत सारिया गल्लां भरम भुलेखे दूर होए होणगे। इस तो पहला साडे कोल आखिरी बुलारे ने कामरेड मंगत राम पासला जी, उन्होंने तो पहला प्रोफैसर